ਮੇਰਾ ਭਾਣਜਾ ਕਾਲੇ ਰੰਗ ਦੀ ਸਵਾਰੀ ਕਰਨ ਦਾ ਬਹੁਤ ਸ਼ੌਂਕ ਰੱਖਦਾ ਸੀ। ਹਮੇਸ਼ਾ ਮੈਨੂੰ ਕਹਿ ਦਿੰਦਾ ਸੀ, ਮਾਸੀ ਮੈਂ ਤੁਹਾਡੀ ਘੋੜੀ ਦੀ ਸਵਾਰੀ ਕਰਨੀ ਆ। ਕਦੀ-ਕਦੀ ਤਾਂ ਮੈਂ ਹੱਸ ਕੇ ਟਾਲ ਦਿੰਦੀ, ਪਰ ਉਹ ਹਮੇਸ਼ਾ ਹੀ ਮੈਨੂੰ ਇੱਦਾਂ ਕਹਿੰਦਾ ਤੇ ਜਿੱਦ ਕਰਦਾ। ਉਹ ਮੇਰੇ ਕੋਲ ਪੜ੍ਹਨ ਆਇਆ ਸੀ। ਮੇਰਾ ਘਰਵਾਲਾ ਬਾਹਰਲੇ ਮੁਲਕ ਨੌਕਰੀ ਕਰਦਾ ਸੀ। ਮੇਰੇ ਭਾਣਜੇ ਦੀ ਕੋਈ ਜ਼ਿਆਦਾ ਉਮਰ ਨਹੀਂ ਸੀ। ਹੌਲੀ-ਹੌਲੀ ਉਸ ਵਿੱਚ ਬਦਲਾਅ ਆ ਰਿਹਾ ਸੀ। ਉਹ ਹਮੇਸ਼ਾ ਹੀ ਮੇਰੇ ਨੇੜੇ ਰਹਿੰਦਾ, ਫਿਰ ਬਹੁਤ ਜਿੱਦ ਕਰਦਾ, ਮਾਸੀ ਚੱਲੋ ਮੈਂ ਸਵਾਰੀ ਕਰਨੀ ਆ। ਮੈਂ ਉਸ ਨੂੰ ਬੱਚਾ ਸਮਝ ਕੇ ਟਾਲ ਦਿੰਦੀ। ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ। ਮੈਂ ਆਪਣੇ ਘਰ ਵਾਲੇ ਬਾਰੇ ਸੋਚ ਰਹੀ ਸੀ, ਪਰ ਮੇਰਾ ਭਾਣਜਾ ਫਿਰ ਜਿੱਦ ਕਰਨ ਲੱਗਾ। ਮੈਂ ਉਸ 'ਤੇ ਗੱਲ ਮੰਨ ਲਿੱਤੀ। ਮੈਂ ਉਸ ਨੂੰ ਕਿਹਾ ਦੱਸ ਮੈਨੂੰ ਕੀ ਕਰਨਾ ਪੈਣਾ, ਪਰ ਉਸ ਨੇ ਜੋ ਤਰੀਕਾ ਮੈਨੂੰ ਦੱਸਿਆ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਉਸ ਨੇ ਬੱਤੀ ਬੰਦ ਕਰਦੇ ਹੀ ਪੂਰੇ ਜੋਸ਼ ਦੇ ਨਾਲ, ਕਦੀ-ਕਦੀ ਗਲਤੀ ਨਾਲ ਅਸੀਂ ਆਪਣੇ ਵਧੀਆ ਰਿਸ਼ਤੇ ਖ਼ਤਮ ਕਰ ਲੈਂਦੇ ਹਾਂ। ਇਹੀ ਮੇਰੇ ਨਾਲ ਹੋਇਆ ਸੀ। ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਆਈ ਸੀ। ਮੈਂ ਇੱਕ ਗਰੀਬ ਪਰਿਵਾਰ ਤੋਂ ਸੀ। ਚੰਗਾ ਰਿਸ਼ਤਾ ਵੇਖ ਕੇ ਮਾਪਿਓ ਨੇ ਵਿਆਹ ਕਰ ਦਿੱਤਾ। ਮੇਰੇ ਵੀ ਕੁਝ ਸੁਪਨੇ ਸੀ, ਪਰ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਪੂਰੇ ਨਹੀਂ ਹੋਏ ਸੀ। ਵਿਆਹ ਤੋਂ 2 ਦਿਨ ਬਾਅਦ ਹੀ ਮੇਰਾ ਘਰਵਾਲਾ ਵਿਦੇਸ਼ ਚਲਿਆ ਗਿਆ। ਵਿਆਹ ਬਹੁਤ ਛੇਤੀ ਵਿੱਚ ਹੋਇਆ ਸੀ। ਮੈਂ ਸੁਣਿਆ ਸੀ ਕਿ ਮੇਰਾ ਘਰਵਾਲਾ ਇਕੱਲਾ ਹੀ ਹੈ। ਉਸ ਦੇ ਮਾਪੇ ਇੱਕ ਹਾਦਸੇ ਵਿੱਚ ਚਲੇ ਗਏ। ਇੱਕ ਭੈਣ ਸੀ, ਉਸ ਦਾ ਵਿਆਹ ਹੋ ਚੁੱਕਿਆ ਸੀ। ਮਾਪਿਓ ਨੂੰ ਰਿਸ਼ਤਾ ਵਧੀਆ ਲੱਗਾ ਕਿਉਂਕਿ ਮੁੰਡੇ ਕੋਲ ਸਭ ਕੁਝ ਸੀ ਤੇ ਉਹਨਾਂ ਨੇ ਕੋਈ ਮੰਗ ਵੀ ਨਹੀਂ ਕੀਤੀ ਸੀ। ਇਸ ਕਰਕੇ ਮੇਰਾ ਵਿਆਹ ਉਸ ਦੇ ਨਾਲ ਹੋ ਗਿਆ ਤੇ ਬੜੇ ਹੀ ਸਾਦੇ ਤਰੀਕੇ ਨਾਲ ਮੇਰਾ ਸਵਾਗਤ ਕੀਤਾ ਗਿਆ। ਸਹੁਰੇ ਘਰ ਵਿੱਚ ਜ਼ਿਆਦਾ ਲੋਕ ਨਹੀਂ ਸੀ। ਜਦੋਂ ਮੈਂ ਆਪਣੇ ਘਰਵਾਲੇ ਦੇ ਕਮਰੇ ਵਿੱਚ ਗਈ, ਪੂਰਾ ਕਮਰਾ ਸਜਿਆ ਸੀ। ਅੱਜ ਦੀ ਰਾਤ ਦੀ ਹਰ ਕੁੜੀ ਨੂੰ ਉਡੀਕ ਹੁੰਦੀ ਹੈ ਤੇ ਉਸ ਦੇ ਸੁਪਨੇ ਹੁੰਦੇ ਨੇ। ਮੈਂ ਵੀ ਬੈੱਡ 'ਤੇ ਬੈਠੀ ਸੀ ਤੇ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਮੇਰਾ ਦਿਲ ਘਬਰਾ ਰਿਹਾ ਸੀ। ਕੁਝ ਚਿਰ ਬਾਅਦ ਮੇਰਾ ਘਰਵਾਲਾ ਆਇਆ। ਉਸ ਨੇ ਦਰਵਾਜ਼ਾ ਬੰਦ ਕੀਤਾ ਤੇ ਮੇਰੇ ਨਾਲ ਬੜੇ ਹੀ ਪਿਆਰ ਨਾਲ ਗੱਲ ਕੀਤੀ। ਮੈਂ ਹੌਲੀ-ਹੌਲੀ ਉਹਨਾਂ ਨਾਲ ਗੱਲ ਕਰਦੀ ਜਾ ਰਹੀ ਸੀ। ਹੁਣ ਮੈਨੂੰ ਕੋਈ ਸ਼ਰਮ ਨਹੀਂ ਆ ਰਹੀ ਸੀ। ਉਹਨਾਂ ਮੇਰਾ ਹੱਥ ਫੜਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਹਨਾਂ ਦੇ ਹੱਥ ਲਾਉਣ ਨਾਲ ਮੇਰੀ ਧੜਕਣ ਵੱਧ ਗਈ ਸੀ ਤੇ ਉਸ ਨੇ ਬੱਤੀ ਬੰਦ ਕਰਕੇ ਆਪਣਾ ਪਿਆਰ ਵਾਰਨਾ ਸ਼ੁਰੂ ਕੀਤਾ ਸੀ। ਕਾਫੀ ਘੰਟਿਆਂ ਤੋਂ ਬਾਅਦ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ੍ਹ ਸਵੇਰੇ ਉਹ ਆਪਣੇ ਕੰਮ ਦੇ ਲਈ ਵਿਦੇਸ਼ ਜਾ ਰਹੇ ਨੇ। ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਉਹਨਾਂ ਨੇ ਕਿਹਾ ਮੈਨੂੰ ਛੁੱਟੀ ਨਹੀਂ ਮਿਲ ਰਹੀ, ਨੌਕਰੀ ਬਹੁਤ ਜ਼ਰੂਰੀ ਹੈ, ਮੈਂ ਛੇਤੀ ਆ ਜਾਵਾਂਗਾ। ਇਹ ਗੱਲ ਸੁਣਦੇ ਹੀ ਮੈਂ ਉਦਾਸ ਹੋ ਗਈ ਸੀ। ਭਲਾ ਕੋਈ ਵੀ ਕੁੜੀ ਆਪਣੇ ਵਿਆਹ ਤੋਂ ਦੂਜੇ ਹੀ ਦਿਨ ਆਪਣੇ ਘਰਵਾਲੇ ਨੂੰ ਆਪਣੇ ਤੋਂ ਦੂਰ ਜਾਣ ਲਈ ਕਿੱਦਾਂ ਕਹਿ ਸਕਦੀ ਆ। ਮੇਰੇ 'ਚ ਹਿੰਮਤ ਨਹੀਂ ਸੀ। ਮੈਂ ਉਦਾਸ ਸੀ ਤੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਪੂਰੇ ਦਿਨ ਦੀ ਥਕਾਵਟ ਕਰਕੇ ਮੈਨੂੰ ਬਹੁਤ ਛੇਤੀ ਨੀਂਦ ਆ ਗਈ। ਸਵੇਰ ਹੋਈ ਤਾਂ ਵੇਖਿਆ ਮੇਰਾ ਘਰਵਾਲਾ ਜਾਣ ਲਈ ਤਿਆਰ ਸੀ। ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਕੁਝ ਦਿਨ ਰੁਕ ਜਾਓ ਤਾਂ ਉਹਨਾਂ ਨੇ ਕਿਹਾ ਜ਼ਰੂਰੀ ਹੈ, ਮੈਨੂੰ ਛੁੱਟੀ ਨਹੀਂ ਮਿਲ ਸਕਦੀ। ਮੈਂ ਹਾਲੇ ਨਵੀਂ-ਨਵੀਂ ਘਰ ਵਿੱਚ ਆਈ ਸੀ, ਇਸੇ ਕਰਕੇ ਜ਼ਿਆਦਾ ਬਹਿਸ ਵੀ ਨਾ ਕੀਤੀ ਤੇ ਚੁੱਪ ਕਰਕੇ ਉਹਨਾਂ ਨੂੰ ਜਾਣ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਸੀ। ਪੂਰੇ ਘਰ ਵਿੱਚ ਮੈਂ ਇਕੱਲੀ ਸੀ ਤੇ ਮੇਰੇ ਕੋਲ ਕੋਈ ਵੀ ਨਹੀਂ ਸੀ। ਘਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਘਰ ਬਹੁਤ ਵੱਡਾ ਸੀ। ਨਾਲ-ਨਾਲ ਹੀ ਘਰ ਦੇ ਪਿਛਲੇ ਹਿੱਸੇ ਵਿੱਚ ਉਹਨਾਂ ਨੇ ਤਬੇਲਾ ਵੀ ਬਣਾਇਆ ਹੋਇਆ ਸੀ, ਜਿੱਥੇ ਉਹਨਾਂ ਦੇ 2-3 ਘੋੜੇ ਰੱਖੇ ਸੀ। ਮੈਂ ਘਰ ਦਾ ਕੰਮ ਖਤਮ ਕਰਕੇ ਉਹਨਾਂ ਦੀ ਦੇਖਭਾਲ ਲਈ ਚਲੀ ਜਾਂਦੀ। ਉਹਨਾਂ ਵਿੱਚ ਇੱਕ ਘੋੜਾ ਕਾਲੇ ਰੰਗ ਦਾ ਸੀ ਤੇ ਇੱਕ ਚਿੱਟੇ ਰੰਗ ਦਾ ਸੀ ਜੋ ਕਿ ਬਹੁਤ ਹੀ ਸੋਹਣਾ ਸੀ। ਮੈਨੂੰ ਉਸ ਨਾਲ ਬਹੁਤ ਪਿਆਰ ਸੀ। ਮੈਂ ਉਹਨਾਂ ਨੂੰ ਖਾਣਾ-ਪੀਣਾ ਦੇਣ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਘਰਵਾਲੇ ਨੂੰ ਫ਼ੋਨ ਕੀਤਾ। ਉਹਨਾਂ ਨੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਮੈਂ ਉਹਨਾਂ ਨੂੰ ਆਪਣੇ ਕੋਲ ਆਉਣ ਲਈ ਜਿੱਦ ਕਰਦੀ ਸੀ, ਪਰ ਉਹ ਹਰ ਵਾਰੀ ਕਹਿੰਦੇ ਕਿ ਥੋੜ੍ਹੇ ਦਿਨ ਉਡੀਕ ਕਰ, ਕੁਝ ਦਿਨ ਬਾਅਦ ਮੇਰਾ ਭਾਣਜਾ ਤੇਰੇ ਕੋਲ ਆ ਕੇ ਰਹੂਗਾ, ਕਿਉਂਕਿ ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨੀ ਹੈ। ਸਾਡੇ ਘਰ ਤੋਂ ਕੁਝ ਦੂਰੀ 'ਤੇ ਇੱਕ ਵਧੀਆ ਕਾਲਜ ਸੀ, ਇਸੇ ਕਰਕੇ ਉਹ ਇੱਥੇ ਆ ਕੇ ਪੜ੍ਹਨਾ ਚਾਹੁੰਦਾ ਸੀ, ਕਿਉਂਕਿ ਅਸੀਂ ਸ਼ਹਿਰ ਵਿੱਚ ਰਹਿੰਦੇ ਸੀ। ਮੇਰੇ ਘਰਵਾਲੇ ਨੇ ਕਿਹਾ ਤੇਰਾ ਦਿਲ ਲੱਗ ਜਾਊਗਾ। ਮੈਂ ਚੁੱਪ ਹੋ ਗਈ ਸੀ। ਮੈਨੂੰ ਸਹੀ ਲੱਗਿਆ ਕਿ ਜੇ ਕੋਈ ਘਰ ਵਿੱਚ ਆਊਗਾ ਤਾਂ ਮੇਰਾ ਦਿਲ ਲੱਗ ਜਾਊਗਾ। ਉਸ ਤੋਂ ਬਾਅਦ ਮੈਂ ਫ਼ੋਨ ਰੱਖ ਦਿੱਤਾ ਤੇ ਘਰ ਦੇ ਕੰਮਾਂ ਵਿੱਚ ਲੱਗ ਗਈ। ਇੱਦਾਂ ਹੀ ਦਿਨ ਬੀਤ ਰਹੇ ਸੀ। ਜੋ ਸਫੇਦ ਰੰਗ ਦੀ ਘੋੜੀ ਸੀ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਉਸ ਦੀਆਂ ਅੱਖਾਂ ਬਹੁਤ ਹੀ ਨੀਲੀਆਂ ਸੀ।
ਜਦੋਂ ਮੈਂ ਉਸ ਦੇ ਨੇੜੇ ਜਾਂਦੀ ਤਾਂ ਉਹ ਮੇਰੇ ਹੱਥਾਂ ਨੂੰ ਆਪਣੀ ਜੀਭ ਦੇ ਨਾਲ ਪਿਆਰ ਕਰਦੀ ਤੇ ਉਹਨਾਂ ਨੂੰ ਚੱਟਦੀ। ਮੈਂ ਉਸ ਦੇ ਨਾਲ ਹੀ ਬੈਠ ਕੇ ਗੱਲਾਂ ਕਰੀ ਜਾਂਦੀ। ਮੈਨੂੰ ਉਹਨਾਂ ਵਿੱਚ ਰਹਿਣਾ ਵਧੀਆ ਲੱਗਦਾ ਸੀ। ਇਸ ਤਰ੍ਹਾਂ ਮੈਂ ਥੱਕ ਜਾਂਦੀ ਤੇ ਕਮਰੇ ਵਿੱਚ ਆ ਜਾਂਦੀ ਤੇ ਮੈਨੂੰ ਨੀਂਦ ਆ ਜਾਂਦੀ। ਸਵੇਰੇ ਫੇਰ ਉੱਦਾਂ ਹੀ ਕੰਮ ਸ਼ੁਰੂ ਹੋ ਜਾਂਦਾ। ਇੱਕ ਦਿਨ ਜਦੋਂ ਮੈਂ ਉਹਨਾਂ ਨੂੰ ਖਾਣਾ ਦੇ ਕੇ ਵਾਪਸ ਆਈ ਤਾਂ ਮੈਂ ਬਾਥਰੂਮ ਵਿੱਚ ਨਹਾਉਣ ਲਈ ਚਲੀ ਗਈ। ਮੈਂ ਨਹਾ ਕੇ ਬਾਹਰ ਨਿਕਲੀ ਕਿ ਘਰ ਦੀ ਬੈਲ ਵੱਜੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਖੜੇ ਇਨਸਾਨ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ ਸੀ, ਕਿਉਂਕਿ ਜੋ ਮੇਰੇ ਸਾਹਮਣੇ ਸੀ ਉਹ ਮੇਰਾ ਭਾਣਜਾ ਸੀ। ਉਸ ਨੇ ਮੈਨੂੰ ਦੇਖਦੇ ਹੀ ਕਿਹਾ, ਮਾਮੀ ਤੁਸੀਂ ਤਾਂ ਬਹੁਤ ਸੋਹਣੇ ਲੱਗ ਰਹੇ ਹੋ। ਮੈਂ ਸੰਗਣ ਲੱਗੀ। ਮੈਂ ਉਸ ਨੂੰ ਕਿਹਾ, ਤੂੰ ਅੰਦਰ ਆ ਜਾ, ਗੱਲਾਂ ਬਾਅਦ ਵਿੱਚ ਕਰੀਏ। ਉਹ ਅੰਦਰ ਆਇਆ ਤੇ ਮੈਂ ਉਸ ਨੂੰ ਕਿਹਾ, ਤੂੰ ਸੋਫੇ 'ਤੇ ਬੈਠ। ਉਸ ਨੇ ਕਿਹਾ, ਉਹ ਤਾਂ ਠੀਕ ਹੈ। ਫਿਰ ਕਹਿਣ ਲੱਗਾ ਕਿ ਤੁਹਾਨੂੰ ਪਤਾ ਹੀ ਹੋਣਾ ਮੈਂ ਪੜ੍ਹਨ ਲਈ ਇੱਥੇ ਆਇਆ। ਉਸ ਦਾ ਨਾਂ ਸੂਰਜ ਸੀ। ਉਮਰ 20 ਸਾਲ ਸੀ। ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ। ਉਸ ਦੀਆਂ ਗੱਲਾਂ ਨੂੰ ਸੁਣ ਕੇ ਮੈਂ ਉਸ ਨੂੰ ਕਿਹਾ, ਹਾਂ ਤੇਰੇ ਮਾਮੇ ਨੇ ਦੱਸਿਆ ਸੀ ਕਿ ਤੂੰ ਆਉਣਾ, ਪਰ ਤੂੰ ਇੰਨੀ ਛੇਤੀ ਆ ਜਾਣਾ ਇਹ ਮੈਨੂੰ ਨਹੀਂ ਪਤਾ ਸੀ। ਚੱਲ ਮੈਂ ਤੈਨੂੰ ਤੇਰਾ ਕਮਰਾ ਦੱਸ ਦਿੰਨੀ ਆ। ਤੇ ਉਸ ਨੂੰ ਕਿਹਾ, ਤੂੰ ਕੱਪੜੇ ਬਦਲ ਲੈ, ਮੈਂ ਤੇਰੇ ਲਈ ਕੁਝ ਖਾਣ ਨੂੰ ਵੀ ਲੈ ਕੇ ਆਉਣੀ ਆ। ਮੈਂ ਉਸ ਨੂੰ ਉਸ ਦਾ ਕਮਰਾ ਵਿਖਾ ਦਿੱਤਾ। ਉਸ ਨੂੰ ਕਮਰਾ ਬਹੁਤ ਵਧੀਆ ਲੱਗਾ। ਉਹ ਕੱਪੜੇ ਬਦਲਣ ਚਲਾ ਗਿਆ ਸੀ ਤੇ ਮੈਂ ਰਸੋਈ ਦੇ ਵਿੱਚ ਜਾ ਕੇ ਉਸ ਲਈ ਨਾਸ਼ਤਾ ਬਣਾਉਣ ਲੱਗੀ। ਜਦੋਂ ਮੈਂ ਨਾਸ਼ਤਾ ਲੈ ਕੇ ਆਈ ਤਾਂ ਵੇਖਿਆ ਕਿ ਉਹ ਫੋਨ ਵਿੱਚ ਕੁਝ ਵੇਖ ਰਿਹਾ ਸੀ। ਮੈਨੂੰ ਦੇਖ ਕੇ ਘਬਰਾ ਕੇ ਫੋਨ ਉਸ ਤੋਂ ਨੀਚੇ ਗਿਰ ਗਿਆ। ਮੈਂ ਉਸ ਦੇ ਹੱਥ ਵਿੱਚ ਨਾਸ਼ਤਾ ਫੜਾ ਦਿੱਤਾ। ਉਹ ਮੇਰੀ ਤਾਰੀਫ ਕਰਨ ਲੱਗਾ ਤੇ ਕਹਿਣ ਲੱਗਾ, ਤੁਸੀਂ ਬਹੁਤ ਵਧੀਆ ਨਾਸ਼ਤਾ ਬਣਾਇਆ, ਤੁਹਾਡੇ ਹੱਥਾਂ ਵਿੱਚ ਤਾਂ ਜਾਦੂ ਹੈ। ਮੈਂ ਸੁਣ ਕੇ ਹੱਸ ਪਈ ਸੀ, ਕਿਉਂਕਿ ਉਹ ਬਹੁਤ ਮਜ਼ਾਕੀਆ ਮੁੰਡਾ ਸੀ। ਫਿਰ ਮੈਂ ਉਸ ਨਾਲ ਗੱਲਾਂ ਕਰਨ ਲੱਗੀ। ਇੱਦਾਂ ਹੀ ਅਸੀਂ ਬਹੁਤ ਦੇਰ ਗੱਲਾਂ ਕਰਦੇ ਰਹੇ। ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਸੀ। ਮੈਂ ਦੇਖਿਆ ਕਿ ਮੇਰੇ ਘਰ ਵਾਲੇ ਦਾ ਫੋਨ ਆ ਰਿਹਾ ਸੀ। ਮੈਂ ਫੋਨ ਚੁੱਕਿਆ। ਉਹਨਾਂ ਨੇ ਮੈਨੂੰ ਸੂਰਜ ਦੇ ਬਾਰੇ ਪੁੱਛਿਆ ਤੇ ਕਿਹਾ, ਹੁਣ ਤਾਂ ਤੇਰਾ ਦਿਲ ਲੱਗ ਜਾਊਗਾ। ਮੈਂ ਚੁੱਪ ਕਰਕੇ ਹਾਂ ਕਰ ਦਿੱਤੀ ਸੀ। ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਫੋਨ ਰੱਖ ਦਿੱਤਾ ਤੇ ਕੁਝ ਦੇਰ ਆਰਾਮ ਕੀਤਾ। ਉਸ ਤੋਂ ਬਾਅਦ ਮੈਂ ਤਬੇਲੇ ਵਿੱਚ ਘੋੜਿਆਂ ਨੂੰ ਚਾਰਾ ਪਾਉਣ ਲਈ ਆਈ ਅਤੇ ਉੱਥੇ ਕੁਝ ਸਮਾਂ ਬਿਤਾਇਆ। ਇੰਨੇ ਵਿੱਚ ਮੇਰੇ ਪਿੱਛੇ ਸੂਰਜ ਵੀ ਆ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਮਾਮੀ ਮੈਨੂੰ ਤਾਂ ਕਾਲੀ ਘੋੜੀ ਬਹੁਤ ਪਸੰਦ ਆ। ਤੇ ਕਹਿਣ ਲੱਗਾ, ਬਹੁਤ ਹੀ ਸੋਹਣੀ ਹੈ ਤੇ ਇਸ ਦੀਆਂ ਅੱਖਾਂ, ਕੋਈ ਵੀ ਫਿਦਾ ਹੋ ਸਕਦਾ। ਫਿਰ ਗੱਲਾਂ ਹੀ ਗੱਲਾਂ ਵਿੱਚ ਉਸਨੇ ਜੋ ਮੈਨੂੰ ਕਿਹਾ, ਮੇਰੇ ਤਾਂ ਹੋਸ਼ ਹੀ ਉੱਡ ਗਏ। ਉਸਨੇ ਮੈਨੂੰ ਕਿਹਾ ਕਿ ਮੈਨੂੰ ਇਸ ਦੀ ਸਵਾਰੀ ਕਰਾਓ। ਕੁਝ ਦੇਰ ਤਾਂ ਮੈਂ ਚੁੱਪ ਹੋ ਗਈ ਤੇ ਹੱਸ ਕੇ ਟਾਲ ਦਿੱਤਾ। ਕਮਰੇ ਵਿੱਚ ਆਉਣ ਤੋਂ ਬਾਅਦ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੇ ਦੋਸਤਾਂ ਦੇ ਘਰ ਜਾ ਰਿਹਾ, ਇਸ ਲਈ ਥੋੜ੍ਹਾ ਲੇਟ ਆਵਾਂਗਾ, ਕਿਉਂਕਿ ਉਸ ਦੇ ਦੋਸਤ ਹੋਸਟਲ ਵਿੱਚ ਰਹਿੰਦੇ ਸੀ ਤੇ ਉਹ ਚਲਾ ਗਿਆ। ਕਾਫੀ ਰਾਤ ਹੋ ਆਇਆ। ਮੈਂ ਉਸ ਦੇ ਖਾਣੇ ਲਈ ਉਡੀਕ ਕਰ ਰਹੀ ਸੀ। ਅਸੀਂ ਦੋਨਾਂ ਨੇ ਰੋਟੀ ਖਾਧੀ ਅਤੇ ਡਿਨਰ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਜਾਣ ਤੋਂ ਪਹਿਲਾਂ ਮੈਨੂੰ ਕਹਿਣ ਲੱਗਾ, ਮਾਮੀ ਮੈਨੂੰ ਆਪਣੀ ਘੋੜੀ ਦੀ ਸਵਾਰੀ ਕਦੋਂ ਕਰਾਉਂਗੇ। ਇਸ ਗੱਲ ਨੂੰ ਮੈਂ ਫਿਰ ਹੱਸ ਕੇ ਟਾਲ ਦਿੱਤਾ। ਮੈਂ ਸੋਚਿਆ, ਬੱਚਾ ਹੈ, ਇਸ ਨੂੰ ਕੀ ਸਮਝ ਹੋਊਗੀ। ਇਹ ਜੋ ਕਹਿ ਰਿਹਾ ਸ਼ਾਇਦ ਮੇਰੀ ਗਲਤਫਹਿਮੀ ਹੋਵੇ। ਰਾਤ ਦੀ ਰੋਟੀ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ ਤੇ ਉਹ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਸੀ। ਥਕਾਵਟ ਕਰਕੇ ਮੈਨੂੰ ਨੀਂਦ ਆ ਗਈ ਸੀ, ਪਰ ਰਾਤ ਨੂੰ ਮੈਨੂੰ ਬੜੀਆਂ ਹੀ ਅਜੀਬ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਮੈਂ ਜ਼ਿਆਦਾ ਧਿਆਨ ਨਾ ਦਿੱਤਾ, ਪਰ ਜਿੱਦਾਂ ਹੀ ਸਵੇਰ ਹੋਈ ਮੇਰੇ ਕੰਨਾਂ ਦੇ ਵਿੱਚ ਤੇ ਦਿਮਾਗ ਵਿੱਚ ਉਹੀ ਗੱਲ ਚੱਲ ਰਹੀ ਸੀ। ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਹਨਾਂ ਆਵਾਜ਼ਾਂ ਬਾਰੇ ਸੋਚ ਰਹੀ ਸੀ ਕਿ ਇੰਨੇ ਵਿੱਚ ਮੇਰੇ ਪਿੱਛੇ ਸੂਰਜ ਆ ਕੇ ਖੜਾ ਹੋ ਗਿਆ। ਮੈਨੂੰ ਪਤਾ ਹੀ ਨਾ ਲੱਗਾ ਉਹ ਕੁਝ ਬੋਲਿਆ। ਉਸਨੇ ਪਿੱਛੋਂ ਆ ਕੇ ਮੈਨੂੰ ਫੜ ਲਿਆ ਤੇ ਉਸ ਦੇ ਫੜਨ ਨਾਲ ਮੈਨੂੰ ਬੜਾ ਅਜੀਬ ਲੱਗਿਆ। ਉਸਨੇ ਮੈਨੂੰ ਕਿਹਾ, ਮਾਮੀ ਮੈਂ ਤੁਹਾਨੂੰ ਕਦੋਂ ਤੋਂ ਆਵਾਜ਼ਾਂ ਦੇ ਰਿਹਾ, ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ। ਮੈਂ ਅੱਜ ਆਪਣੇ ਕਾਲਜ ਦਾਖਲਾ ਕਰਵਾਉਣ ਜਾ ਰਿਹਾ, ਇਸ ਲਈ ਦੁਪਹਿਰੇ ਨਹੀਂ ਆਵਾਂਗਾ। ਮੈਂ ਉਸ ਨੂੰ ਹਾਂ ਕਰ ਦਿੱਤੀ ਤੇ ਫਿਰ ਅਸੀਂ ਦੋਨਾਂ ਨੇ ਨਾਸ਼ਤਾ ਕੀਤਾ। ਨਾਸ਼ਤੇ ਉੱਤੇ ਉਹ ਮੈਨੂੰ ਕਹਿਣ ਲੱਗਾ ਕਿ ਮਾਮੀ ਮੈਨੂੰ ਘੋੜੇ ਦੀ ਸਵਾਰੀ ਕਦੋਂ ਕਰਾਉਂਗੇ। ਮੈਂ ਫੇਰ ਚੁੱਪ ਹੋ ਗਈ ਸੀ। ਉਹ ਬਾਰ-ਬਾਰ ਮੈਨੂੰ ਜਿੱਦ ਕਰਦਾ ਸੀ। ਮੈਂ ਟਾਲ ਦਿੰਦੀ। ਹੁਣ ਇਹ ਗੱਲ ਰੋਜ਼ ਹੀ ਹੁੰਦੀ। ਅੱਜ ਵੀ ਉਹ ਰਾਤ ਦੀ ਰੋਟੀ ਤੋਂ ਬਾਅਦ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਆ ਗਈ। ਕੁਝ ਚਿਰ ਬਾਅਦ ਮੈਨੂੰ ਅਜੀਬ ਆਵਾਜ਼ਾਂ ਆਈਆਂ। ਜਦੋਂ ਮੈਂ ਕਮਰੇ 'ਚੋਂ ਬਾਹਰ ਨਿਕਲੀ ਤਾਂ ਜਾ ਕੇ ਵੇਖਿਆ ਤਾਂ ਉਹ ਆਵਾਜ਼ਾਂ ਮੈਨੂੰ ਸੂਰਜ ਦੇ ਕਮਰੇ ਵਿੱਚੋਂ ਆ ਰਹੀਆਂ ਸੀ। ਮੈਂ ਉਸ ਦੇ ਕਮਰੇ ਵੱਲ ਹੌਲੀ-ਹੌਲੀ ਗਈ ਅਤੇ ਉਸ ਦੀ ਬਾਰੀ ਵਿੱਚੋਂ ਵੇਖਣ ਦੀ ਕੋਸ਼ਿਸ਼ ਕੀਤੀ। ਮੈਨੂੰ ਬੜੀ ਹਲਚਲ ਮਹਿਸੂਸ ਹੋ ਰਹੀ ਸੀ ਤੇ ਡਰ ਵੀ ਲੱਗ ਰਿਹਾ ਸੀ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਆਈ। ਮੈਂ ਆਪਣੇ ਘਰ ਵਾਲੇ ਨੂੰ ਯਾਦ ਕਰ ਰਹੀ ਸੀ ਤੇ ਚੁੱਪ ਕਰਕੇ ਸੌਂ ਗਈ।
ਸਵੇਰੇ ਉੱਠੀ ਫਿਰ ਘਰ ਦੇ ਕੰਮਾਂ ਵਿੱਚ ਲੱਗ ਗਈ। ਅੱਜ ਫਿਰ ਉਹ ਮੇਰੇ ਕੋਲ ਆ ਕੇ ਖੜਾ ਹੋ ਗਿਆ ਤੇ ਉਸਨੇ ਮੈਨੂੰ ਜੋ ਕਿਹਾ ਸੁਣ ਕੇ ਮੇਰੇ ਹੋਸ਼ ਉੱਡ ਗਏ। ਕਹਿਣ ਲੱਗਾ, ਮੈਂ ਛੇਤੀ ਹੀ ਤੁਹਾਡੀ ਘੋੜੀ ਦੀ ਸਵਾਰੀ ਕਰਨੀ ਆ। ਹੌਲੀ ਹੌਲੀ ਉਸ ਵਿੱਚ ਬਦਲਾਅ ਆ ਰਿਹਾ ਸੀ। ਹਮੇਸ਼ਾ ਪਤਾ ਨਹੀਂ ਆਪਣੇ ਫੋਨ ਦੇ ਉੱਤੇ ਕਿਹੜੀ ਵੀਡੀਓ ਵੇਖਦਾ ਰਹਿੰਦਾ ਸੀ। ਮੈਂ ਜੇ ਉਸ ਕੋਲ ਆ ਕੇ ਖੜੀ ਹੁੰਦੀ ਤਾਂ ਉਹ ਘਬਰਾ ਜਾਂਦਾ ਤੇ ਰਾਤ ਨੂੰ ਬੜੀਆਂ ਹੀ ਅਜੀਬ ਆਵਾਜ਼ਾਂ ਮੈਨੂੰ ਤੰਗ ਕਰਦੀਆਂ ਸੀ। ਮੈਂ ਸੂਰਜ ਨੂੰ ਬੱਚਾ ਸਮਝਦੀ ਸੀ ਤੇ ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਵੀ ਕਰਦਾ। ਮੇਰੇ ਕਮਰੇ ਵਿੱਚ ਕਿੰਨੀ ਹੀ ਦੇਰ ਤੱਕ ਬੈਠਾ ਰਹਿੰਦਾ। ਫਿਰ ਮੇਰੇ ਨਾਲ ਉਹੀ ਜ਼ਿੱਦ ਕਰਦਾ ਕਿ ਮੈਂ ਤੁਹਾਡੀ ਘੋੜੀ ਦੀ ਸਵਾਰੀ ਕਰਨੀ ਹੈ। ਮੈਂ ਬਾਰ-ਬਾਰ ਉਸ ਨੂੰ ਟਾਲ ਦਿੰਦੀ, ਪਰ ਇਹ ਮੇਰੀ ਆਉਣ ਵਾਲੀ ਜ਼ਿੰਦਗੀ ਲਈ ਬਹੁਤ ਹੀ ਖਤਰਨਾਕ ਸਾਬਤ ਹੋਣਾ ਸੀ। ਇੱਕ ਰਾਤ ਮੈਂ ਸੁੱਤੀ ਪਈ ਸੀ ਤੇ ਮੈਨੂੰ ਅਜੀਬ ਆਵਾਜ਼ਾਂ ਆ ਰਹੀਆਂ ਸੀ। ਮੈਂ ਉੱਠ ਕੇ ਆਵਾਜ਼ ਸੁਣਨ ਲੱਗੀ। ਉਹ ਆਵਾਜ਼ ਮੈਨੂੰ ਸੂਰਜ ਦੇ ਕਮਰੇ ਵਿੱਚੋਂ ਆ ਰਹੀ ਸੀ। ਜਿੱਦਾਂ ਹੀ ਮੈਂ ਉਸ ਦੇ ਕਮਰੇ ਵੱਲ ਗਈ ਤੇ ਬਾਰੀ ਵਿੱਚੋਂ ਵੇਖਿਆ, ਉਹ ਆਵਾਜ਼ਾਂ ਉਸ ਦੇ ਕਮਰੇ ਵਿੱਚੋਂ ਹੀ ਆ ਰਹੀਆਂ ਸੀ। ਉਹ ਆਪਣੇ ਫੋਨ ਉੱਤੇ ਬੈਠਾ ਇੱਕ ਵੀਡੀਓ ਵੇਖ ਰਿਹਾ ਸੀ ਤੇ ਬੜੀਆਂ ਹੀ ਅਜੀਬ ਹਰਕਤਾਂ ਕਰ ਰਿਹਾ ਸੀ। ਉਸ ਨੂੰ ਦੇਖ ਕੇ ਮੈਂ ਡਰ ਗਈ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਆਈ ਤੇ ਆਪਣੇ ਘਰ ਵਾਲੇ ਨਾਲ ਫੋਨ ਤੇ ਗੱਲ ਕਰਨ ਲੱਗੀ। ਮੈਂ ਬਹੁਤ ਰੋਈ ਪਰ ਉਹਨਾਂ ਨੂੰ ਸੂਰਜ ਬਾਰੇ ਕੁਝ ਨਾ ਦੱਸਿਆ। ਸੋਚਿਆ ਸੀ ਕਿ ਜਦੋਂ ਆਉਣਗੇ ਤਾਂ ਉਹਨਾਂ ਨੂੰ ਸੂਰਜ ਦੇ ਸਾਹਮਣੇ ਹੀ ਦੱਸਾਂਗੀ। ਪਰ ਮੇਰਾ ਘਰ ਵਾਲਾ ਮੈਨੂੰ ਹਰ ਵਾਰੀ ਕਹਿ ਦਿੰਦਾ, ਕੁਝ ਸਮਾਂ ਲੱਗੂਗਾ। ਮੈਂ ਗੁੱਸੇ ਵਿੱਚ ਫੋਨ ਰੱਖ ਦਿੱਤਾ ਸੀ। ਅਗਲੇ ਦਿਨ ਬਹੁਤ ਮੀਂਹ ਪੈ ਰਿਹਾ ਸੀ। ਮੈਂ ਸਵੇਰੇ ਛੇਤੀ ਉੱਠੀ, ਸਾਰੇ ਕੰਮ ਕੀਤੇ। ਪੂਰੀ ਰਾਤ ਮੈਂ ਬੜੀ ਪਰੇਸ਼ਾਨ ਸੀ, ਸੋਚ ਰਹੀ ਸੀ ਕਿ ਜਦੋਂ ਮੈਂ ਉਹਨਾਂ ਨੂੰ ਸਾਰੀ ਸੱਚਾਈ ਦੱਸਾਂਗੀ ਕਿ ਉਹ ਕਿੱਦਾਂ ਦੀਆਂ ਗੱਲਾਂ ਕਰਦਾ ਸੀ ਤਾਂ ਉਹਨਾਂ ਨੂੰ ਪਤਾ ਲੱਗਣਾ ਹੈ। ਸੂਰਜ ਨੂੰ ਵੀ ਘੋੜੀ ਨਾਲ ਬਹੁਤ ਲਗਾਵ ਹੋ ਗਿਆ ਸੀ। ਮੈਂ ਸਭ ਕੁਝ ਵੇਖ ਰਹੀ ਸੀ ਤੇ ਸੋਚਦੀ ਸੀ ਕਿ ਰੋਜ਼-ਰੋਜ਼ ਮੇਰੇ ਨਾਲ ਜਿੱਦ ਕਰਦਾ ਕਿ ਸਵਾਰੀ ਕਰਨੀ ਹੈ, ਕਿਤੇ ਇਸ ਦੀ ਗੱਲ ਤਾਂ ਨਹੀਂ ਕਰਦਾ। ਫਿਰ ਮੈਂ ਗਲਤ ਸਮਝ ਰਹੀ ਹੋਵਾਂ, ਪਰ ਜੇ ਇਹ ਗੱਲ ਸੀ ਤਾਂ ਵੀਡੀਓ ਵਿੱਚ ਕੀ ਵੇਖਦਾ ਸੀ ਤੇ ਅਜੀਬ ਹਰਕਤਾਂ ਕਿਉਂ ਕਰ ਰਿਹਾ ਸੀ। ਮੇਰੇ ਮਨ ਵਿੱਚ ਬੜੇ ਸਵਾਲ ਸੀ ਜਿਨ੍ਹਾਂ ਦਾ ਜਵਾਬ ਸਿਰਫ ਸੂਰਜ ਕੋਲ ਸੀ। ਉਸ ਦੀ ਉਡੀਕ ਕਰਨ ਲੱਗੀ। ਸੂਰਜ ਘੋੜੀ ਦੇ ਨਾਲ ਕੁਝ ਸਮਾਂ ਬਿਤਾ ਕੇ ਵਾਪਸ ਘਰ ਆਇਆ ਤੇ ਕਮਰੇ ਵਿੱਚ ਚਲਾ ਗਿਆ। ਮੈਂ ਉਸ ਦੇ ਪਿੱਛੇ ਹੀ ਕਮਰੇ ਵਿੱਚ ਗਈ। ਮੈਂ ਕਮਰੇ ਨੂੰ ਅੰਦਰੋਂ ਬੰਦ ਕੀਤਾ। ਉਹ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ, ਮਾਮੀ ਤੁਸੀਂ ਇੱਥੇ ਕਿੱਦਾਂ? ਮੈਂ ਉਸ ਨੂੰ ਕਿਹਾ, ਕਿਉਂ? ਤੂੰ ਹੈਰਾਨ ਹੋ ਗਿਆ? ਤੂੰ ਨਹੀਂ ਚਾਹੁੰਦਾ? ਮੈਂ ਉਸ ਨਾਲ ਅਜੀਬ ਗੱਲਾਂ ਕਰਨ ਲੱਗੀ, ਪਰ ਉਹ ਮੇਰੀਆਂ ਗੱਲਾਂ ਨੂੰ ਸਮਝ ਗਿਆ ਸੀ ਤੇ ਕਹਿਣ ਲੱਗਾ, ਮੇਰਾ ਇਦਾਂ ਦਾ ਕੋਈ ਮਤਲਬ ਨਹੀਂ। ਮੈਂ ਉਸ ਨੂੰ ਪੁੱਛਿਆ, ਤੇ ਫਿਰ ਤੇਰਾ ਕੀ ਮਤਲਬ ਸੀ? ਤੂੰ ਮੈਨੂੰ ਰੋਜ਼ ਕਹਿਣਾ ਹੈ ਕਿ ਮੈਂ ਚਿੱਟੀ ਘੋੜੀ ਦੀ ਸਵਾਰੀ ਕਰਨੀ ਆ। ਫਿਰ ਉਹ ਮੈਨੂੰ ਕਹਿਣ ਲੱਗਾ, ਮਾਮੀ ਮੈਂ ਤਾਂ ਤਬੇਲੇ ਵਿੱਚ ਖੜੀ ਤੁਹਾਡੀ ਕਾਲੇ ਰੰਗ ਦੀ ਘੋੜੀ ਦੀ ਗੱਲ ਕਰ ਰਿਹਾ ਸੀ, ਕਿਉਂਕਿ ਉਹ ਮੈਨੂੰ ਬਹੁਤ ਸੋਹਣੀ ਲੱਗਦੀ ਹੈ। ਮੈਨੂੰ ਛੋਟੇ ਹੁੰਦੇ ਤੋਂ ਹੀ ਸਵਾਰੀ ਦਾ ਬਹੁਤ ਸ਼ੌਂਕ ਹੈ, ਪਰ ਮੈਂ ਕਦੀ ਕਰ ਨਹੀਂ ਪਾਇਆ। ਇਸ ਲਈ ਮੈਨੂੰ ਘੋੜਿਆਂ ਨਾਲ ਬਹੁਤ ਲਗਾਵ ਹੈ। ਜਦੋਂ ਮੈਂ ਇੱਥੇ ਆਇਆ ਤੇ ਤੁਹਾਡੇ ਕੋਲ ਇੱਥੇ ਮੈਂ ਘੋੜੀਆਂ ਵੇਖੇ ਤਾਂ ਮੇਰਾ ਦਿਲ ਕਰਨ ਲੱਗਾ ਕਿ ਮੈਂ ਉਸ ਦੀ ਸਵਾਰੀ ਕਰਾਂ। ਅਤੇ ਰਾਤ ਨੂੰ ਮੈਂ ਆਪਣੇ ਫੋਨ ਵਿੱਚ ਘੋੜਸਵਾਰੀ ਦੀ ਵੀਡੀਓ ਵੇਖਦਾ ਸੀ ਕਿ ਉਹਨਾਂ ਉੱਤੇ ਸਵਾਰੀ ਕਰਨ ਲੱਗੇ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਦੇ ਮੂੰਹ ਤੋਂ ਇਹ ਸਭ ਸੁਣ ਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਸ਼ਰਮ ਆ ਰਹੀ ਸੀ ਕਿ ਮੈਂ ਉਸ ਨੂੰ ਕਿੰਨਾ ਗਲਤ ਸੋਚ ਰਹੀ ਸੀ। ਪਰ ਉਹ ਤਾਂ ਬਹੁਤ ਚੰਗਾ ਮੁੰਡਾ ਸੀ। ਉਹ ਵੀ ਮੇਰੇ ਵਾਂਗ ਜਾਨਵਰਾਂ ਨੂੰ ਪਿਆਰ ਕਰਦਾ ਸੀ। ਮੈਨੂੰ ਆਪਣੀ ਸੋਚ ਉੱਤੇ ਬਹੁਤ ਸ਼ਰਮ ਆ ਰਹੀ ਸੀ। ਜੇਕਰ ਮੈਂ ਉਸ ਨਾਲ ਗੱਲ ਕਰ ਲੈਂਦੀ ਤਾਂ ਸ਼ਾਇਦ ਮੈਂ ਐਡੀ ਵੱਡੀ ਗੱਲ ਨਾ ਸੋਚਦੀ। ਅਸੀਂ ਦੋਨਾਂ ਨੇ ਬਹੁਤ ਗੱਲਾਂ ਕੀਤੀਆਂ। ਮੈਨੂੰ ਘਰ ਦੀ ਘੰਟੀ ਸੁਣਾਈ ਦਿੱਤੀ। ਮੈਂ ਭੱਜ ਕੇ ਦੇਖਿਆ ਤਾਂ ਮੇਰਾ ਘਰ ਵਾਲਾ ਸੀ। ਮੈਂ ਉਸ ਨੂੰ ਵੇਖ ਕੇ ਹੈਰਾਨ ਹੋ ਗਈ ਸੀ ਤੇ ਖੁਸ਼ ਵੀ। ਉਹਨਾਂ ਨੇ ਮੈਨੂੰ ਅੱਜ ਸਰਪ੍ਰਾਈਜ਼ ਦਿੱਤਾ ਸੀ ਤੇ ਕਹਿਣ ਲੱਗੇ, ਤੂੰ ਬਾਰ-ਬਾਰ ਜਿੱਦ ਕਰਦੀ ਸੀ। ਮੈਂ ਸਮਝਦਾ ਸਾਡਾ ਨਵਾਂ ਵਿਆਹ ਹੋਇਆ। ਇੱਕ ਘਰਵਾਲੀ ਨੂੰ ਵੀ ਆਪਣੀ ਘਰਵਾਲੀ ਨੂੰ ਛੱਡ ਕੇ ਜਾਣਾ ਇੰਨਾ ਆਸਾਨ ਨਹੀਂ ਹੁੰਦਾ। ਇਸ ਲਈ ਮੈਂ ਆਪਣਾ ਕੰਮ ਜਲਦੀ ਖ਼ਤਮ ਕਰਕੇ ਆ ਗਿਆ ਤੇ ਹੁਣ ਤੋਂ ਮੈਂ ਆਪਣਾ ਕੰਮ ਤੇਰੇ ਕੋਲ ਰਹਿ ਕੇ ਆਨਲਾਈਨ ਹੀ ਕਰਾਂਗਾ। ਮੈਂ ਬਹੁਤ ਖੁਸ਼ ਸੀ। ਮੇਰੇ ਘਰਵਾਲੇ ਨੇ ਮੇਰੇ ਤੇ ਬਹੁਤ ਪਿਆਰ ਲਟਾਇਆ। ਅੱਜ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਜੇ ਮੈਂ ਸੂਰਜ ਦੀ ਗੱਲ ਉਹਨਾਂ ਨੂੰ ਦੱਸ ਦਿੰਦੀ ਤਾਂ ਸ਼ਾਇਦ ਉਹ ਮੇਰੇ ਵਾਂਗੂ ਉਸ ਨੂੰ ਗਲਤ ਸਮਝਦੇ। ਪਰਮਾਤਮਾ ਦਾ ਸ਼ੁਕਰ ਹੈ ਕਿ ਸਮਾਂ ਰਹਿੰਦੇ ਹੀ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸੀ। ਦੋਸਤੋ, ਸਾਨੂੰ ਹਮੇਸ਼ਾ ਗੱਲ ਨੂੰ ਪਹਿਲਾਂ ਸਮਝਣਾ ਚਾਹੀਦਾ ਹੈ, ਫਿਰ ਉਸ ਦੇ ਅਰਥ ਕੱਢਣੇ ਚਾਹੀਦੇ ਨੇ, ਨਹੀਂ ਤਾਂ ਗਲਤਫਹਿਮੀ ਵਿੱਚ ਰਿਸ਼ਤੇ ਖਰਾਬ ਹੋ ਜਾਂਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।